ਧੰਨ ਵਾਹਿਗੁਰੂ ਸਾਹਿਬ ਜੀਓ। ਤਨ ਧਨ ਜਿਹ ਤੋ ਖੋ ਦਿਓ, ਤਾਂ ਸਿਓ ਨਿਹੋ ਨ ਕੀਨ। ਕਹੋ ਨਾਨਕ ਨਰ ਬਾਬਰੇ, ਅਬ ਕਿਉਂ ਡੋਲਤ ਦੀਨ। ਤਨ ਧਨ ਜਿਹ ਤੋ ਖੋ ਦਿਓ, ਤਾਂ ਸਿਓ ਨਿਹ ਨ ਕੀਨ। ਕਹੋ ਨਾਨਕ ਨਰ ਬਾਬਰੇ, ਅਬ ਕਿਉਂ ਡੋਲਤ ਦੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ਰ ਨੇ ਆਪਣੇ ਆਪ ਨੂੰ ਆਪ ਹੀ ਬਣਾਇਆ। ਫਿਰ ਉਸਨੇ ਦੂਜੇ ਨੰਬਰ ਤੇ ਕੁਦਰਤ ਦੀ ਸਾਜਨਾ ਕੀਤੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਜਾਓ। ਮਨੁੱਖ ਵੀ ਕੁਦਰਤ ਦਾ ਅੰਗ ਹੈ। ਜੇ ਇਹਦੀ ਸਾਜਨਾ ਰੱਬ ਨੇ ਕੀਤੀ ਹੈ ਤਾਂ ਇਹਦਾ ਮਤਲਬ ਸਾਡੇ ਸਰੀਰ ਦੀ ਸਾਜਨਾ ਵੀ ਰੱਬ ਨੇ ਕੀਤੀ ਹੈ, ਪਰਮੇਸ਼ਰ ਨੇ ਕੀਤੀ ਹੈ। ਦੂਜਾ ਪ੍ਰਮੁੱਖ ਤੌਰ ਤੇ ਰੱਬੀ ਗੁਣ ਪ੍ਰਤਪਾਲਣਾ ਦਾ ਹੁੰਦਾ ਹੈ। ਪ੍ਰਤਪਾਲਣਾ ਲਈ ਵੀ ਉਹਨੇ ਬਹੁਤ ਕੁਝ ਸਾਨੂੰ ਬਖਸ਼ਿਸ਼ ਕੀਤਾ। ਹਜ਼ੂਰ ਕਿਰਪਾ ਕਰਦੇ ਨੇ ਵੀ ਜਿਹੜੇ ਸਰੀਰ ਦੀ ਰਚਨਾ ਇਹ ਪਰਮੇਸ਼ਰ ਨੇ ਨਿਰੰਕਾਰ ਨੇ ਕੀਤੀ ਹੈ। ਗੁਰਦੇਵ ਦੇ ਬਚਨ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਦੋ ਬਚਨ ਬਖਸ਼ਿਸ਼ ਕੀਤੇ ਨੇ, ਇੱਕ ਰੂਹਾਨੀ ਹੈ, ਇੱਕ ਜਿਸਮਾਨੀ ਹੈ। ਦੋਨਾਂ ਦਾ ਜ਼ਿਕਰ ਹਜ਼ੂਰ ਨੇ ਕੀਤਾ ਹੈ। ਮਾਲਿਕ ਆਖਦੇ ਨੇ ਪਹਿਲਾਂ ਰੂਹਾਨੀ ਦੀ ਗੱਲ ਕੀਤੀ ਹੈ। ਇਹ ਸਰੀਰਾ ਮੇਰਿਆ, ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗ ਤੇ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਦੂਸਰਾ ਵਚਨ ਵੀ ਤੁਹਾਨੂੰ ਚੇਤੇ ਹੋਏਗਾ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਇ ਕੇ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ। ਸਪਸ਼ਟ ਹੈ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰ ਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਸਿੱਖ ਰੋਜ਼ ਪੜ੍ਹਦੇ ਨੇ ਬਚਨਾਂ। ਜੈ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਤੁਮਰੀ ਕਿਰਪਾ ਤੇ ਮਾਨੁਖ ਤੇ ਪਾਈ ਹੈ, ਦੇਹ ਦਰਸ਼ਾ ਰਾਇਆ। ਇਹ ਬਚਨ ਵੀ ਬਹੁਤ ਵਾਰੀ ਆਪਾਂ ਦੁਹਰਾਉਨੇ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰੱਖੈ ਜਿਨ ਕਰ ਜਤਨ। ਜਿਨ ਦੀਨੀ ਸ਼ੋਭਾ ਵਡਿਆਈ, ਤਿਸ ਪ੍ਰਭ ਕੋ ਅਠ ਪਹਿਤੇ। ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ, ਅਨਕ ਛਿਦਰ ਮਨ ਮੈਂ ਢਕੇ ਨਿਰਮਲ ਦ੍ਰਿਸ਼ਟੇ। ਸੋ ਕਿਉ ਬਿਸਰੈ ਮਨੇ ਤੇ ਜਿਸ ਕੀ ਗੁਣ ਇਹ। ਰਚਨਾ ਸਾਡੀ ਰੱਬ ਨੇ ਰਚੀ ਹੈ, ਪਰਮੇਸ਼ਰ ਨੇ ਰਚੀ ਹੈ। ਫਿਰ ਇੱਕ ਵਚਨ ਮੈਂ ਤੁਹਾਡੇ ਖਿਆਲ ਵਿੱਚ ਰੱਖ ਕੇ ਫਿਰ ਅਗਲੀ ਗੱਲ ਕਰਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੌਬਿਤ ਨੀਕੀ ਖਟਾਨੀ। ਆਮ ਜਿਹੀ ਇੱਕ ਉਦਾਹਰਨ ਆਪਾਂ ਬਹੁਤ ਵਾਰੀ ਵਰਤ ਲੈਂਦੇ ਹਾਂ। ਜਿਹੜੀ ਕੰਪਨੀ ਕੋਈ ਸਮਾਨ ਬਣਾਉਂਦੀ ਹੈ ਨਾ, ਉਹ ਜ਼ਿੰਮੇਵਾਰੀ ਵੀ ਲੈਂਦੀ ਹੈ ਵੀ ਇਹ 'ਚ ਕੋਈ ਨੁਕਸ ਪੈ ਜਾਏ, ਕੋਈ ਕਾਰਨ ਬਣ ਜਾਏ, ਤੁਸੀਂ ਸਾਡੇ ਕੋਲ ਵਾਪਸ ਆ ਜਾਏ।
हाँ, ये गल जरूर है भी जे तुसी किसी होर कोलों इनू ठीक करवाया तो साडी गारंटी खत्म। सच करके जानियो, एक निक्की जी कंपनी समान बना के जी जिम्मेवारी लेंदी है तो रब ने एडा वड्डा विश्व बना के फिर उसकी जिम्मेवारी नहीं ली। इसलिए हजूर आखते ने चित्ते अंदर सब को वेख नदरी हेठ चलाएगा। वो सारे संसार को अपनी नज़र में चला रहा है, उसकी नज़र तो कोई बाहर नहीं है, वो जिम्मेवारी लेंदा है। हजूर आखते ने कहते जिसका तन मन धन सब तिसका सोई सुगड़ सुजानी। वो सुगड़ सुजानी है, बहुत सियाना है। उन्हें एक एक तेरे शरीर की बनतर इस ढंग न बनाई है, तेन यकीन नहीं आता भी वो कितना सियाना। सोई सुगड़ सुजानी कहने की सुनिया दुख सुख मेरा, उहदे कोल जाके बेनती कर। तौबत निकी खटानी तेरी अवस्था चंगी बन जाएगी। ये भी गल चेता रखिए, जी की एक ही पहमानी। जीव की गल एक रब कोल ही सुनी जानी है। अवर जतन कर रहे बहुत तेरे, तिन तिन नहीं कीमत जानी। बाकी जितने भी जतन उपराले आप करने हैं, एडी कौडी कीमत नहीं पैनी। अमृत नाम निर्मोलक हीरा, गुर दीनो मनतानी। डिगे न डोले दिड़ कर रहे हो, पूर्ण होए तृप्तानी। ओए जो बीच हम तुम कश होते, तिन की बात बिलानी। अलंकार मिल थैली हुई है, तांते करक बखानी। सब कहते तेनू शरीर जिहड़ा है वो रब की कृपा ना मिले, परमेश्वर की कृपा ना मिले, अलंकार की कृपा ना मिले। छोटी जी बेनती करनी चाहना, बड़ी तवज्जो दे के समझियो। विपरवादी सोच ने मनुखता का बहुत नुकसान किया, इंसानियत का बहुत नुकसान किया। विपरवादी सोच ने, विपरवादी सोच ने मनुख के मन में एक गल पा दी भी जिहड़ी साडी बनतर है ना, ये ब्रह्मा जी तो हुई है। तो जिहड़ा ब्रह्मण है वो मुख तो जमे है, जिहड़ा खत्तरी वो बाहां तो जमे है, जिहड़ा वैश्य वो पेट तो जमे है, जिहड़ा शूद्र वो पैरों तो जमे है। ये मैं पिछे भी तुहाडे नाल बेनती करदा आया ते अज फिर दोहराउण की लोड़ पई। याद रखियो, उन्हें इस गल नूं जन्म नाल जोड़िया सी। तुहानूं वक्त मिलिया कदे जगजीत सिंह ने एक किताब लिखी बड़ी प्यारी जात पात दे उत्ते, वो बड़ी आला किस्म की किताब है। ब्रह्मा दे विच परोडा नाम की एक श्रेणी है जिहदे नाल वितकरा किया जाता है, पर छूत छात नहीं। याद रखे, आप इसे गल गलावांगे। चीन दे विच भी वितकरा किया जाता है। मैं अपनी गल वाली आ जा, थोड़ा वक्त अपने को सीमा च हुंदा है। याद रखो कि सब तो बड़ी बीमारी ये ईरान तो आई है। ईरान तो फिर अगे आर्यन लोग इंडिया च लेके आए तो उत्थों सोच पैदा हुई है। जिहड़ी सब तो पहला ईरान विच ये गल चली सी, उदों दो श्रेणियां बनाईयां सी उन्होंने, एक पुजारी ते एक कारीगर। जिहड़ा कारीगर सी काम करने वाला उन्होंने नीवा गिणिया गया। पुजारी श्रेणी आप घाट करने वाली सी, उन्हें अपने आप को उत्तम करके जान लिया। उत्थों इंडिया चलेगी, इंडिया जाके इन्हें उन्होंने कढ़ दिता विचों। इन्हें विपरवादी सोच ने इन्हों अपने अगे कर लिया। उन्हें मनुख की गल कढ़ के गल सीधी जोड़ दी भी ब्रह्मा के इवें चार हिस्सियां दे विचों मनुख की बनतर हुई है। बड़े गुरु तेग बहादुर के श्लोक बड़े क्रांतिकारी ने। मैं बेनती करा, गुरबाणी में बड़ी वड्डी टक्कर लई है विपरवादी सोचना। कहते किसी ब्रह्मा तो नहीं मिले, मत किसी भुलेखे च रही। ये रब ने तेन दिता है, परमेश्वर ने दिता है। विपर क्यों ऐसा कर रहा है? क्योंकि वो दो शब्द करता है अजीब किस्म के, जिहड़े पिछले श्लोक में भी आए ने।
ਉਹ ਇੱਕ ਤਾਂ ਨੀਵੀਂ ਜਾਤ ਵਾਲੇ ਨੂੰ ਪਤਿਤ ਕਹਿੰਦਾ, ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ। ਸ਼ੂਦਰ ਨੂੰ ਪਤਿਤ ਕਹਿੰਦਾ, ਉਹ ਕਹਿੰਦਾ ਧਰਮ ਤੋਂ ਡਿੱਗਿਆ ਹੋਇਆ, ਇਨਸਾਨੀਅਤ ਤੋਂ ਡਿੱਗਿਆ ਹੋਇਆ, ਉਹਨੂੰ ਪਤਿਤ ਕਹਿੰਦਾ। ਦੂਜੇ ਪਾਸੇ ਪਤਿਤ ਉਹਨਾਂ ਨੂੰ ਵੀ ਕਿਹਾ ਜਾਂਦਾ ਸੀ ਜਿਨ੍ਹਾਂ ਦੇ ਕਰਮ ਨੀਚ ਨੇ। ਗੁਰਮਤਿ ਨੇ ਨੀਚ ਕਰਮ ਵਾਲੇ ਮਨੁੱਖ ਨੂੰ ਤੇ ਪਤਿਤ ਕਿਹਾ, ਪਰ ਕਿਸੇ ਜ਼ਾਤ ਬਰਾਦਰੀ ਦੇ ਨਾਂ ਤੇ ਪਤਿਤ ਨਹੀਂ ਕਿਹਾ। ਵਿਪਰਵਾਦੀ ਸੋਚ ਨਾਲ ਇਹੋ ਹੀ ਤਾਂ ਟੱਕਰ ਹੈ। ਸਾਹਿਬ ਨੇ ਆਖਿਆ ਤੈਨੂੰ ਸਰੀਰ ਰੱਬ ਨੇ ਦਿੱਤਾ ਹੈ, ਪਰਮੇਸ਼ਰ ਨੇ ਦਿੱਤਾ ਹੈ, ਕੀ ਉਹਨੇ ਕੋਈ ਵੰਡੀਆਂ ਪਾਈਆਂ? ਸਾਹਿਬ ਕਹਿੰਦੇ ਨਹੀਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸ਼ਬਦ ਨੂੰ ਲੈ ਕੇ ਚੱਲੀਏ ਨਾਲ ਨਾਲ, ਤੇ ਸਾਹਿਬ ਕਿਰਪਾ ਕਰਦੇ ਨੇ, ਤਨ ਧਨ ਜਿਹ ਤੋ ਕੋ ਦਿਓ। ਫਿਰ ਮੈਂ ਤੁਹਾਡੇ ਧਿਆਨ ਦੀ ਮੰਗ ਕਰਨਾ ਹੈ। ਗੁਰੂ ਨੇ ਕੈਸੀ ਕਮਾਲ ਕੀਤੀ, ਸਾਡੇ ਔਗਣਾਂ ਦੇ ਵਿੱਚੋਂ ਹੀ ਦੱਸਿਆ ਵੀ ਇਹਨਾਂ ਚੋਂ ਔਗਣਾਂ ਚੋਂ ਹੀ ਕੋਈ ਗੁਣ ਬਣਾ ਲੈ। ਮਨੁੱਖ ਲੋਭੀ ਵਿਅਕਤੀ ਦਾ, ਜਿਹਦੇ ਕੋਲੋਂ ਲੋਭ ਦੀ ਪੂਰਤੀ ਹੁੰਦੀ ਹੋਵੇ, ਇਹ ਉਹਦੇ ਨਾਲ ਨੇੜਤਾ ਬਣਾ ਲੈਂਦਾ। ਸਾਹਿਬ ਕਹਿੰਦੇ ਤੂੰ ਆਪਣੇ ਲੋਭ ਲਈ ਉਹ ਰੱਬ ਨੂੰ ਮਿੱਤਰ ਬਣਾ ਲੈ। ਆਪਣੇ ਲੋਭ ਕੋ ਕੀਨੋ ਮੀਤ, ਤੂੰ ਆਪਣੇ ਲੋਭ ਲਈ ਉਹ ਰੱਬ ਨੂੰ ਮਿੱਤਰ ਬਣਾ ਲੈ। ਫਰਕ ਕੀ ਪਏਗਾ ਸਤਿਗੁਰੂ? ਸਾਹਿਬ ਕਹਿੰਦੇ ਫਰਕ ਇਹ ਪਏਗਾ, ਸਗਲ ਪਦਾਰਥ ਮੁਕਤ ਪਦ ਦੀਤ। ਕਹਿੰਦੇ ਤੂੰ ਤਾਂ ਇਕੱਲੇ ਪਦਾਰਥ ਹੀ ਮੰਗੇਗਾ, ਕਿਉਂਕਿ ਤੂੰ ਲੋਭੀ ਹੈ, ਤੂੰ ਇਕੱਲੇ ਪਦਾਰਥ ਹੀ ਮੰਗੇਗਾ। ਤੈਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਤੇਰੇ ਮਾਲਕ ਨੇ ਤੈਨੂੰ ਮੁਕਤੀ ਦੀ ਦਾਤ ਵੀ ਦੇ ਦੇਣੀ, ਵਿਕਾਰਾਂ 'ਚੋਂ ਮੁਕਤ ਵੀ ਕਰ ਦੇਣਾ। ਆਪਣੇ ਲੋਭ ਕੋ ਕੀਨੋ ਮੀਤ, ਤੂੰ ਆਪਣੇ ਲੋਭ ਲਈ ਉਹ ਮਿੱਤਰ ਬਣਾ ਲੈ। ਤੂੰ ਆਪਣੇ ਸਵਾਰਥ ਲਈ ਉਹ ਰੱਬ ਨੂੰ ਮਿੱਤਰ ਬਣਾ ਲੈ। ਸਗਲ ਪਦਾਰਥ ਮੁਕਤ ਪਦ ਦੀਤ, ਤੈਨੂੰ ਸਗਲ ਪਦਾਰਥ ਵੀ ਦੇ ਦੇਗਾ ਤੇ ਮੁਕਤੀ ਦੀ ਦਾਤ ਵੀ ਦੇ ਦੇਗਾ। ਮਾਂ ਖੁਰਾਕ ਦਿੰਦੀ ਹੈ, ਕਦੀ ਖੁਰਾਕ ਹੀ ਤੇ ਨਹੀਂ ਨਾ ਦਿੰਦੀ। ਮਾਂ ਪਿਆਰ ਵੀ ਤੇ ਕਰ ਲੈਂਦੀ ਹੈ, ਪਿਆਰ ਵੀ ਕਰਦੀ। ਜਿਹੜੀ ਬੋਤਲ ਹੈ ਦੁੱਧ, ਉਹਦੇ ਵਿੱਚ ਵੀ ਉਹ ਜਿਹੀ ਹੋ ਸਕਦਾ, ਪਰ ਬੋਤਲ ਕਦੇ ਪਿਆਰ ਨਹੀਂ ਦਿੰਦੀ। ਮਾਂ ਦੀ ਗੋਦ ਵਿੱਚੋਂ ਪਿਆਰ ਵੀ ਮਿਲਦਾ ਹੈ। ਇਸੇ ਤਰ੍ਹਾਂ ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਹੈ, ਪਦਾਰਥ ਹੋਰ ਥਾਵਾਂ 'ਤੇ ਵੀ ਮੰਨ ਲਓ ਮਿਲ ਸਕਦੇ ਨੇ, ਪਰ ਚੇਤੇ ਰੱਖਿਓ ਜਿਹੜੀ ਪ੍ਰਤਿਪਾਲਣਾ ਕਰਨ ਦੀ ਬਿਰਤੀ ਹੈ ਰੱਬ ਦੀ, ਉਹ ਉੱਥੋਂ ਹੀ ਹਜ਼ੂਰ ਕਿਰਪਾ ਕਰਦੇ ਨੇ। ਤਨ, ਤਨ ਦਾ ਮਤਲਬ ਹੈ ਸਰੀਰ। ਜਿਹਨੇ ਤੈਨੂੰ ਸਰੀਰ ਦਿੱਤਾ, ਜਿਹਨੇ ਤੇਰੀ ਸਾਜਨਾ ਕੀਤੀ, ਜਿਹਨੇ ਤੇਰੀ ਬਣਤ ਬਣਾਈ, ਜਿਹਦੇ ਕਰਕੇ ਤੂੰ ਦੁਨੀਆ ਦਾ ਮੇਲਾ ਵੇਖ ਰਿਹਾ ਹੈ, ਸਰੀਰ ਕਰਕੇ ਹੀ ਹੈ ਨਾ। ਸਾਰੀ ਰਿਸ਼ਤੇਦਾਰੀ, ਸਾਰੇ ਸਕੇ ਸੰਬੰਧੀ, ਸਾਰਾ ਜਿਤਨਾ ਵੀ ਕਾਰੋਬਾਰ ਹੈ, ਉਹ ਸਿਰਫ ਸਰੀਰ ਕਰਕੇ ਖਲੋਤਾ ਹੈ। ਤੇ ਸਰੀਰ ਜਿਹਦਾ ਦਿੱਤਾ ਹੋਇਆ ਉਹਦੇ ਨਾਲ ਹੀ ਵਿਛੋੜਾ ਪਾਈ ਬੈਠਾ ਹੈ। ਬੜੇ ਪਿਆਰੇ ਬੱਚੇ ਨੇ ਗੁਰਬਾਣੀ ਵਿੱਚ ਕਹਿੰਦੇ ਤੇਰਾ ਸੁਭਾਅ ਬਣ ਗਿਆ ਮਨੁੱਖ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਨੇ ਆ, ਗੁਰਾ ਇੱਕ ਦੇਹ ਬੁਝਾਈ, ਮੈਨੂੰ ਇੱਕ ਗੱਲ ਸਮਝਾ ਗੁਰੂ, ਮੈਨੂੰ ਨਹੀਂ ਸਮਝ ਲੱਗਦੀ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਦਾਤਾਂ ਨਹੀਂ ਭੁੱਲਦੀਆਂ, ਪਰ ਦਾਤਾ ਕਦੇ ਚੇਤੇ ਨਹੀਂ ਆਉਂਦਾ। ਮੈਨੂੰ ਦਾਤਾ ਨਹੀਂ ਭੁੱਲਦੀਆਂ, ਦਾਤਾ ਨਹੀਂ ਚੇਤੇ ਆਉਂਦਾ। ਮੈਨੂੰ ਇਹ ਸਮਝਾ ਭਈ ਦਾਤਾਂ ਭੁੱਲ ਜਾਣ ਤੇ ਦਾਤਾ ਚੇਤੇ ਆ ਜਾਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਧਨ, ਧਨ, ਧਨ ਸ਼ਬਦ ਦਾ ਅਰਥ ਹੈ ਗੁਜ਼ਰਾਨ। ਜਿਹੜੀ ਧਨ ਦੌਲਤ ਜਿਤਨੀਆਂ ਵੀ ਦਾਤਾਂ ਨੇ ਰੱਬ ਨੇ ਬਖਸ਼ਿਸ਼ ਕੀਤੀਆਂ, ਇਹ ਰੱਬ ਨਹੀਂ ਦਿੱਤੀਆਂ ਨੇ, ਨਿਰੰਕਾਰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਦਿੱਤੀਆਂ ਨੇ। ਮਨੁੱਖ ਦੇ ਵਰਤਨ ਵਾਸਤੇ ਵੀ ਦਿੱਤੀਆਂ ਨੇ। ਇੱਕ ਪਲ ਮੈਂ ਇੱਥੇ ਵੀ ਰੁਕਣਾ ਹੈ ਤੇ ਬੜੀ ਤਵੱਜੋ ਦੇ ਕੇ ਸਮਝੋ ਇਸ ਗੱਲ ਨੂੰ। ਹੁਣ ਇਹ ਬਹੁਤ ਵਾਰੀ ਭੁਲੇਖਾ ਪੈਂਦਾ ਸਾਨੂੰ ਵੀ ਜਿਹੜਾ ਇੱਕ ਬੰਦਾ ਕਿਸੇ ਗਰੀਬ ਦੇ ਘਰ ਬੱਚਾ ਜਨਮ ਲੈਂਦਾ ਹੈ,
एक बच्चा पहले दिन ही इहो जे अमीर के घर जन्म लेंदा, उन्होंने पहली शीशी ही दुध की जिहड़ी वो सोने की मिलती है। रब ऐसा वितकरा क्यों करता है? जो दाता है तो ऐसा वितकरा क्यों करता है? शायद कहते भलिया रब नहीं करता। शब्दों को बड़े ध्यान नाल विचारे, रब नहीं करता। ये वितकरा तो मैं पैदा किया होया है, ये मनुखी सोच विचों पैदा होया है वितकरा। रब ने तो जो कुछ दिता सी सारा कुछ साझा दिता सी। रब का बनाया सूरज है, वो कदे कहता भी मैं गरीब ते अमीर विच फर्क करना है। रब की बनाई हवा है, जैसे राज रंग को लागे तुल पवन, कहेंगे हवा कदे कहती है भी मैं ये गरीब है तो यदा मैं साह बहुता घुट दियाँ, आ अमीर है यदि चाकरी करना तेन बहुती ऑक्सीजन वाली हवा दे दियाँ। रब का आकाश है, कभी किसी ने कहा भी केवल मेरा ही हो सकता है, दूजे का नहीं हो सकता। वो निरंकार वाहिगुरू जी, वो रहमत वाला दाता, उन्हें तो सारा कुछ ही पैदा किया है। वंडियां तो असीं पा लईआं, बंदिया तेरी गलती है। तैनूं अपनी मत नाल चुनना सी, अपनी मत नाल चुनना सी भी मैं आ लीडर चुन के अगे लैके आवां। उन्होंने कहेंगे सन मतदान, पर तू अपनी मत नूं दान नहीं किया, तू तो मत बेच दिती। तू मत बेच दिती। बेची हुई मत दे नाल इहो जिहे लोग कुत्ते बिठा लए ने जिन्हां ने वंडियां पा दित्तियां। भलिया अज कोई गरीब है अमीर है, वो तेरी वंड दे कारण है। रब ने तो सबनों गुण दिते ने, रब ने तो एको जिहा दात दिती। ये थोड़ा भी रब ने किसी ने इस तरह की कंगाली कर दी होवे भी लै भी सजना मैं इस बंदे नूं 8 अखां देण लगा ते तैनूं 2 देण लगा, इस बंदे नूं 10 हत्थ देण लगा ते तैनूं 2 देण लगा, इस बंदे नूं 20 लत्तां देण लगा तैनूं 2 देण लगा। रब तो एको जिहा करदा है, वखरेवें असीं पाए ने। श्लोकां विच बहुत वड्डी दात है बख्शिश कीती हजूर ने। तन धन जिह तो को दियो, जिन्हें तेनू तन दिता है, जिन्हें तेनू धन दिता है, जिन्हें तेनू दाता बख्शिश कीतियां, तां स्यो नेहो ना कीन। कहते बंदे ने उस दाते नाल ही प्यार नहीं किया। नेह दा अर्थ है प्यार। बाकी प्यार साडा सारियां दे नाल है, सब दे नाल प्यार है, पर याद रखियो रब नाल ही प्यार नहीं, निरंकार नाल ही प्यार नहीं, परमेश्वर नाल ही प्यार नहीं है। और अक्सर लोग ये गल कहेंगे ने, सारे आप ये गल कहने हैं। भाई गुरदास जी ने एक बचन का सहारा ले ला, थोड़ी गल सौखी हो जाएगी। जैसो मन लागत है लेखक को लिखे बिके, हर जस लिखत न तैसो ठहरावगी। कहते जिमें तेरा मन माया के हिसाब किताब लाउण लग्या टका विच आ जांदा है ना। मैं तेनों पुछना चाहुंदा, जदों रब्बी गुण गाउण लगदा उदों क्यों नहीं टिकदा? जैसो मन कन को कामनी सने विखे, साध संग तैसो नेह पल न लगावगी। जिमें तेरी अख विच भुख है पराया रूप तकण दी, जिमें तेरे अंदर लालसा है कनक ते कामनी दी, अमीर हो जाण दी ते विकारां दी, ओहो जिहा ने तू संगत विच कदे क्यों नहीं लाउंदा? तेरे मन च एडी भुख लगी कदे भी मैं गुरु दे दीदार करां? बड़े बारी सोचे सुनिया देखिया विचारिया होएगा अपने भी गुरु साहब की गोद विच तां सौ जांदा है। जैसो मन कन कौ कामनी सने विखे, साध संग तैसो नेह पल न लगावगी। कहते मैं तेरी बिरती तो गराने बंदिया, तेरा स्नेह रब नाल क्यों नहीं लगता? ओही चेते नहीं आउंदा, बाकी सब कुछ चेते है। तन तन जे तो को दियो, दो चीज़ां बड़ियां कीमती सी। शरीर करके तो दुनिया का मेला देख रहे हैं। याद रखियो जे कदे विचार के देखियो, जिहड़ी रात अज आपां हुण सौना है,
ਇਹਦੀ ਸਵੇਰ ਹੋਣੀ ਹੈ ਨਾ, ਕਰੀਬ ਦੁਨੀਆ 'ਚ 2.5 ਲੱਖ ਦੇ ਨੇੜੇ ਲੋਕ ਉਹ ਨੇ ਜਿਹੜੇ ਰਾਤ ਨੂੰ ਸੌਣਗੇ ਪਰ ਸਵੇਰੇ ਨਹੀਂ ਉੱਠਣਗੇ। ਕਹਾਣੀ ਖਤਮ ਹੋ ਗਈ। ਮਨਾਂ ਤੋਂ ਕਿਉਂ ਨਹੀਂ ਸ਼ੁਕਰ ਕਰਦਾ ਜਿਹੜਾ ਰੱਬ ਤੇਰੀ ਪ੍ਰਤਪਾਲਨਾ ਕਰਦਾ ਹੈ? ਕਿਉਂ ਨਹੀਂ ਸ਼ੁਕਰ ਕਰਦਾ ਜਿਹਨੇ ਤੈਨੂੰ ਸਰੀਰ ਦਿੱਤਾ ਹੈ? ਜੈ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਭੋ ਤਿਸ ਰਾਮ ਸਨੇਹੀ। ਉਸ ਰਾਮ ਨਾਲ ਵੀ ਕਦੇ ਸਨੇਹ ਪਾਉਂਦਾ, ਨਿਰੰਕਾਰ ਨਾਲ ਵੀ ਕਦੇ ਸਨੇਹ ਪਾਉਂਦਾ। ਤਾਂ ਮੈਂ ਬੇਨਤੀ ਕਰਾਂ ਪਿਆਰ ਵਾਲਿਓ, ਸਰੀਰ ਦੇ ਕੋਠੇ ਨੂੰ ਵੇਖ ਕੇ, ਸਰੀਰ ਨੂੰ ਵੇਖ ਕੇ, ਆਪਣੇ ਆਪ ਨੂੰ ਸੁੰਦਰ ਵੇਖ ਕੇ ਹੀ ਉਦੋਂ ਹੀ ਕਹਦੇ ਮਾਲਕ ਤੇਰਾ ਧੰਨਵਾਦ ਜਿਹਨੇ ਕਿਰਪਾ ਕੀਤੀ, ਅਰੋਗ ਕੰਚਨ ਦੇਹੀ ਦਿੱਤੀ ਹੈ। ਧਨ ਧਨ ਜੇ ਟੋਕੋ ਦਿਓ, ਤਾਂ ਸਿਓ ਨਿਹੋ ਨਾ ਕੀਨ। ਉਸ ਰੱਬ ਨਾਲ ਪਿਆਰ ਨਹੀਂ ਕੀਤਾ, ਉਸ ਰੱਬ ਨਾਲ ਸਨੇਹ ਨਹੀਂ ਕੀਤਾ। ਕਿਤੇ ਉਹਦੇ ਨਾਲ ਸਨੇਹ ਕੀਤਾ ਹੁੰਦਾ ਨਾ, ਕਮੀ ਕੋਈ ਨਹੀਂ ਸੀ ਰਹਿਣੀ। ਅੰਮ੍ਰਿਤ ਗੁਰਬਾਕ ਫਿਰ ਮੈਂ ਤੁਹਾਡੇ ਖਿਆਲ ਵਿੱਚ ਰੱਖਣਾ ਚਾਹੁੰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜੰਗ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇੱਕ ਪਲ ਮੈਨੂੰ ਫਿਰ ਰੁਕਣਾ ਪੈਣਾ। ਇਹ ਵੀ ਸਾਡੇ ਜ਼ਿਹਨ ਵਿੱਚ ਸਵਾਲ ਆ ਜਾਂਦਾ ਕਈ ਵਾਰੀ ਕਿ ਰੱਬ ਵੀ ਆਪਣੀ ਤਾਰੀਫ ਦਾ ਭੁੱਖਾ ਹੈ ਵੀ ਉਹ ਇਹ ਸਾਰਾ ਕੁਝ ਆਪਣੀ ਇਬਾਦਤ ਕਰਵਾ ਕੇ ਹੀ ਦਾਤਾਂ ਦਿੰਦਾ? ਨਹੀਂ, ਉਹ ਆਪਣੀ ਇਬਾਦਤ ਦਾ ਭੁੱਖਾ ਨਹੀਂ ਹੈ। ਫਿਰ ਉਹ ਕਿਉਂ ਇਬਾਦਤ ਕਰਵਾ ਕੇ, ਫਿਰ ਕਿਉਂ ਬੰਦਗੀ ਕਰਵਾ ਕੇ, ਕਿਉਂ ਆਪਣੇ ਗੁਣ ਕਰਵਾ ਕੇ ਦਾਤਾਂ ਦਿੰਦਾ? ਉਹਦਾ ਜਵਾਬ ਹੈ ਵੀ ਜਦੋਂ ਬੰਦਾ ਸਿੱਧੀਆਂ ਦਾਤਾਂ ਲੈਂਦਾ ਨਾ ਰੱਬ ਦਾ, ਸ਼ੁਕਰ ਕਰੇ ਤੋਂ ਬਿਨਾਂ, ਉਦੋਂ ਹੰਕਾਰੀ ਹੋ ਜਾਂਦਾ ਹੈ। ਦੋਨੇ ਅਵਸਥਾਵਾਂ ਵਿੱਚ ਰਾਜੀ ਨਹੀਂ ਰਹਿੰਦਾ। ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤੇ ਹੈ। ਮਾਇਆ ਚਲੀ ਜਾਏ ਰੋਂਦਾ ਫਿਰਦਾ ਹੈ, ਜੇ ਕੁਛ ਪਾ ਲਵੇ ਤਾਂ ਹੰਕਾਰੀ ਹੋ ਕੇ ਬੈਠ ਜਾਂਦਾ ਹੈ। ਰੱਬ ਦੇ ਨਾਮ ਨੂੰ ਜਪ ਕੇ ਕੋਈ ਦਾਤ ਲੈਣ ਦਾ ਅਰਥ ਹੀ ਇਹ ਹੈ ਵੀ ਆਪਣੇ ਦਿਲ ਵਿੱਚੋਂ ਹੰਕਾਰ ਨੂੰ ਦੂਰ ਕੱਢ ਦੇ, ਵਿਕਾਰਾਂ ਨੂੰ ਦੂਰ ਕਰ ਦੇ। ਜਾਂ ਤੇ ਤੂੰ ਧਨ ਦੌਲਤ ਵਰਤਦਾ ਹੰਕਾਰ ਦੀ ਖਾਤਰ, ਲੋਕਾਂ ਨੂੰ ਦਿਖਾਉਣਾ ਚਾਹੁੰਦਾ ਵੀ ਮੇਰੇ ਕੋਲ ਕਿੰਨਾ ਕੁਛ ਹੈ, ਜਾਂ ਆਪਣੀਆਂ ਦਾਤਾਂ ਨੂੰ ਵਰਤਦਾ ਵਿਕਾਰਾਂ ਦੀ ਖਾਤਰ। ਤੇਰੇ ਕੋਲ 4 ਪੈਸੇ ਨੇ, ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਰੋਲ ਦਿੰਦੇ। ਉਹਨਾਂ ਅਹੁਦਿਆਂ ਤੋਂ ਬੈਠ ਕੇ ਕਿਸੇ ਦੇ ਦਰਦ ਨੂੰ ਪਛਾਣਨ ਵਾਲੀ ਅਵਸਥਾ ਨਹੀਂ ਰਹਿੰਦੀ। ਗੁਰੂ ਦਾਤਾਂ ਤੇ ਦਿੰਦਾ, ਪਰ ਮਾਲਕ ਦਾਤਾਂ ਤੇ ਦਿੰਦਾ, ਨਾਲ ਹੀ ਕਹਿੰਦਾ ਪੁੱਤ ਮੇਰਾ ਬਣ ਕੇ ਤਾਂ ਵੇਖ, ਮੇਰਾ ਜੀ ਕਰਦਾ ਮੈਂ ਸਭ ਕੁਝ ਤੇਰੇ ਹਵਾਲੇ ਕਰ ਦਿਆਂ। ਉੱਤੇ ਹੱਥ ਤੇਰਾ ਫੁਰਨਾ ਵੀ ਪੂਰਾ ਕਰਨ ਨੂੰ ਤਿਆਰ ਹੈ, ਪਰ ਉਸ ਦਿੱਤੀ ਹੋਈ ਦਾਤ ਨੂੰ ਵਰਤ ਤਾਂ ਸਹੀ ਨਾ, ਸਹੀ ਤਰੀਕੇ ਨਾਲ ਵਰਤ। ਗੱਲ ਸਿਰਫ ਨਹੀਂ, ਮਾਲਕ ਦੇ ਪਿਆਰ ਵਿੱਚ ਜੁੜ ਕੇ ਦੇਖ, ਕੋਈ ਕਮੀ ਨਹੀਂ ਰਹਿੰਦੀ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਪੰਜਾਬ ਦੀ ਧਰਤੀ 'ਤੇ ਜਾਵੋ ਤਾਂ ਬਠਿੰਡੇ ਦੇ ਇਲਾਕੇ ਵਿੱਚ ਇੱਕ ਨਗਰ ਹੈ ਮਹਿਰਾਜ। ਮਹਿਰਾਜ ਨੂੰ ਕਿਸੇ ਵੇਲੇ ਮੋਹਣ ਦੇਵ ਨੇ ਵਸਾਇਆ ਸੀ। ਇਹਦੇ ਘਰ 2 ਪੁੱਤਰ ਹੋਏ, ਇੱਕ ਦਾ ਨਾਂ ਰੂਪਚੰਦ ਹੈ, ਇੱਕ ਦਾ ਨਾਂ ਕਾਲਾ। ਕੁਦਰਤੀ ਭਾਣਾ ਵਰਤਿਆ ਵੀ ਰੂਪਚੰਦ ਬੜਾ ਬਹਾਦਰ ਸੀ, ਨੇਕ ਸੀ, ਸਿਆਣਾ ਸੀ। ਕੋਈ ਜੰਗ ਹੋਈ ਭੱਟੀਆਂ ਦੇ ਨਾਲ, ਉਹਦੇ ਵਿੱਚ ਰੂਪਚੰਦ ਚੜ੍ਹਾਈ ਕਰ ਗਿਆ। ਅੱਗੇ ਉਹਦੇ ਰੂਪਚੰਦ ਦੇ ਵੀ 2 ਪੁੱਤ ਸਨ, ਇੱਕ ਫੂਲ ਤੇ ਇੱਕ ਸੰਦਲੀ। ਇਹਦੀ ਪ੍ਰਤਪਾਲਣਾ ਦੀ ਜ਼ਿੰਮੇਵਾਰੀ ਆ ਗਈ ਕਾਲੇ ਖਾਂ ਦੇ ਉੱਤੇ। ਹੁਣ ਇੱਥੇ ਕੁਦਰਤੀ ਗੱਲ ਹੈ ਪਿਆਰ ਵਾਲਿਓ, ਕਿਤੇ ਮਾਲਕ ਦੇ ਘਰ ਨਿਰੰਕਾਰ ਦੇ ਇਤਬਾਰ ਕਰ ਲਈਏ। ਮਨੁੱਖ ਦੀ ਬੰਦੀ ਵਿੱਚ ਤਾਂ ਕਾਣ ਆ ਜਾਂਦੀ ਹੈ, ਫਰਕ ਆ ਜਾਂਦਾ। ਮੈਂ ਪਹਿਲੋਂ ਬੇਨਤੀ ਕੀਤੀ,
ਹੁਣ ਜਿਹੜਾ ਕਾਲੇ ਖਾਂ ਆਪਣੇ ਪੁੱਤਾਂ ਦੀ ਧੀਆਂ ਪੁੱਤਾਂ ਦੀ ਪ੍ਰਤਿਪਾਲਣਾ ਤਾਂ ਬੜੇ ਧਿਆਨ ਨਾਲ ਕਰਦਾ ਹੈ, ਪਰ ਆਪਣੇ ਭਤੀਜਿਆਂ ਦੀ ਪਰਵਾਹ ਨਹੀਂ ਕਰਦਾ। ਨਾ ਵਕਤ ਨਾ ਰੋਟੀ ਮਿਲਦੀ ਹੈ, ਚਾਚੀ ਵੀ ਵਿਤਕਰਾ ਕਰਦੀ ਹੈ, ਚਾਚਾ ਵੀ ਵਿਤਕਰਾ ਕਰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਏ, ਸਿੱਖ ਸੰਗਤ ਬੈਠੀ ਹੈ, ਭੇਟਾਵਾਂ ਰੱਖ ਰਹੀ ਹੈ। ਕਾਲੇ ਖਾਂ ਵੀ ਆਇਆ ਤੇ ਉਹਦੀ ਘਰਵਾਲੀ ਵੀ ਆਈ, ਆਪਣੇ ਦੇ ਬੱਚੇ ਵੀ ਆਏ। ਉਹਨਾਂ ਨੇ ਮੱਥਾ ਟੇਕਿਆ, ਭੇਟਾ ਰੱਖੀ। ਉਹਨਾਂ ਦੇ ਪਿਛਲੇ ਪਾਸੇ ਦੋਵੇਂ ਬੱਚੇ ਫੂਲ ਤੇ ਸੰਦਲੀ। ਹੁਣ ਤਾਂ ਕੱਪੜੇ ਪਾਏ ਹੋਏ ਸੀ, ਬਈ ਸੰਗਤ ਵਿੱਚ ਜਾਣਾ ਸੀ, ਕਾਲੇ ਖਾਂ ਦੀ ਬਦਨਾਮੀ ਨਾ ਹੋਵੇ। ਪਰ ਉਹਨਾਂ ਬੱਚਿਆਂ ਨੇ ਬਾਕੀ ਚਾਚਾ ਚਾਚੀ ਤੇ ਉਹਨਾਂ ਦਾ ਪਰਿਵਾਰ ਤੇ ਭੇਟਾ ਰੱਖ ਕੇ ਮੱਥਾ ਟੇਕਣ 'ਚ ਮਸਤ ਹੈ। ਉਹਨਾਂ ਚਿਰ ਉਹਨਾਂ ਨੇ ਆਪਣੀ ਗੱਲ ਕਰ ਲਈ। ਦੂਰ ਖਲੋਤਿਆਂ ਨੇ ਆਪਣੇ ਪੇਟ ਤੇ ਹੱਥ ਮਾਰ ਕੇ ਇਸ਼ਾਰਾ ਕੀਤਾ ਵੀ ਸਤਿਗੁਰੂ ਬਹੁਤ ਔਖਾ ਹੈ। ਗੁਰਦੇਵ ਸੱਚੇ ਪਾਤਸ਼ਾਹ ਦੀ ਨਜ਼ਰ ਪਈ, ਸਾਹਿਬ ਨੇ ਆਪਣੇ ਕੋਲ ਬੁਲਾ ਲਿਆ। ਇੱਕ ਨੂੰ ਸੱਜੇ ਗੋਡੇ, ਇੱਕ ਨੂੰ ਖੱਬੇ ਗੋਡੇ ਬਿਠਾ ਕੇ ਮੂੰਹ ਚੁੰਮਿਆ, ਕਹਿਣ ਲੱਗੇ, ਪੁੱਤ ਵੇ, ਰੋਟੀ ਤੋਂ ਵੀ ਆਤਾ ਹੈ, ਕੱਪੜਾ ਪਾਉਣ ਜੋਗਾ ਨਹੀਂ ਮਿਲਦਾ, ਕੰਮ ਵਧੀਕ ਕਰਨਾ ਪੈਂਦਾ। ਹੁਣ ਗੁਰੂ ਘਰ ਆ ਗਏ ਹੋ, ਗੁਰੂ ਨਾਨਕ ਦਾ ਦਰ ਉਹ ਜਿਹੜਾ ਕਿਸੇ ਦੀ ਝੋਲੀ ਖਾਲੀ ਨਹੀਂ ਮੋੜਦਾ। ਯਾਦ ਰੱਖਿਓ, ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਲ ਜੁੜ ਕੇ ਰਹੋ, ਰਾਜ ਭਾਗ ਦੇ ਤਖਤ ਤਾਜ ਦੇ ਤੁਸੀਂ ਮਾਲਕ ਬਣੋਗੇ। ਯਕੀਨ ਕਰਕੇ ਜਾਣਿਓ, ਫੂਲ ਤੇ ਸੰਦਲੀ ਪਰਿਵਾਰ ਵਿੱਚੋਂ ਹੀ ਪਟਿਆਲਾ ਘਰਾਣਾ ਜਿਹੜਾ ਚੱਲਦਾ ਹੈ, ਇਹ ਉਸੇ ਫੂਲ ਦੀ ਔਲਾਦ ਵਿੱਚੋਂ ਚੱਲਦਾ ਹੈ। ਮਨਾ ਤੂੰ ਕਦੇ ਗੁਰੂ ਕੋਲ ਆ ਕੇ ਕਹਿ ਤਾਂ ਸਹੀ ਦਾਤਿਆ, ਸਤਿਗੁਰੂ ਕਦੇ ਝੋਲੀ ਖਾਲੀ ਨਹੀਂ ਰੱਖਦਾ। ਸ਼ਬਦ ਮੈਂ ਤੇ ਹੈਰਾਨ ਹੈ, ਹਰ ਰੋਜ਼ ਸਿੱਖ ਪੜ੍ਹਦਾ ਹੈ। ਕੋਈ ਨਹੀਂ ਵੀ ਨਿਤਨੇਮ ਕਰਦਾ ਹੋਏਗਾ, ਤਦ ਵੀ ਆਹ ਪੰਕਤੀ ਜੋ ਤੇ ਕੰਨਾਂ 'ਚ ਫਿਰ ਵੀ ਪੈਂਦੀ ਹੈ ਨਾ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ। ਕਿਹੜੀ ਕਬਰ ਨੇ ਤੈਨੂੰ ਸਰੀਰ ਦਿੱਤਾ ਉਹ ਭਲਿਆ, ਕਿਹੜੇ ਦੇਵਤੇ ਨੇ ਤੈਨੂੰ ਸਰੀਰ ਦਿੱਤਾ ਉਹ ਭਲਿਆ, ਕਿਹੜੇ ਦੇਹਧਾਰੀ ਨੇ ਤੈਨੂੰ ਸਰੀਰ ਦਿੱਤਾ ਉਹ ਭਲਿਆ। ਜਿਸ ਮਾਲਕ ਨੇ ਤੈਨੂੰ ਸਰੀਰ ਦਿੱਤਾ, ਜਿਹਨੇ ਤੈਨੂੰ ਖਾਣ ਪਹਿਨਣ ਨੂੰ ਦਿੱਤਾ, ਉਹਦੀ ਕਦੇ ਇਬਾਦਤ ਨਹੀਂ ਕਰਦਾ। ਗੁਰੂ ਜੀ ਨੇ ਕਿੱਡੀ ਪਿਆਰੀ ਗੱਲ ਆਖੀ ਸੀ, ਕਿੱਡਾ ਵੱਡਾ ਇੱਕ ਬਦਲਾ ਲਿਆਂਦਾ ਸੀ। ਜਿਹੜੇ ਲੋਕ ਆਪਣਾ ਹੱਥ ਵਿਪਰ ਨੂੰ ਪਕੜਾ ਕੇ ਹੱਥ ਦੀਆਂ ਲਕੀਰਾਂ ਦਿਖਾਉਂਦੇ ਫਿਰਦੇ ਨੇ ਨਾ, ਗੁਰੂ ਨੇ ਆਖਿਆ ਸੀ, ਓਏ ਵਿਪਰ ਨੂੰ ਨਾ ਪਕੜਾ, ਇਹ ਹੱਥ ਕਿਤੇ ਗੁਰੂ ਨੂੰ ਪਕੜਾ ਦੇ। ਗੁਰੂ ਤੈਨੂੰ ਦੱਸੇਗਾ ਇਹ ਲਕੀਰਾਂ ਇਵੇਂ ਨਹੀਂ ਬਦਲਦੀਆਂ, ਮਿਹਨਤ ਕਰ, ਜਸ਼ਨ ਹੋਣ ਦੀ ਕਿਰਤ ਕਰ। ਗੁਰੂ ਨਾਨਕ ਸਾਹਿਬ ਨੇ ਤਾਂ ਸਾਰੀ ਦੁਨੀਆ 'ਚ ਪ੍ਰਗਟ ਹੋ ਗਏ ਸਨ, ਫਿਰ ਵੀ ਉਹਨਾਂ ਨੇ ਆਖਰੀ 18 ਸਾਲ ਆਖਰੀ 52 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਖੇਤੀ ਕੀਤੀ ਹੈ। ਹੱਥ ਦਿਖਾ ਕੇ ਨਹੀਂ ਘਰ 'ਚ ਬਰਕਤਾਂ ਹੋਣੀਆਂ। ਇਹਨਾਂ ਹੱਥਾਂ ਨੂੰ ਨੇਕ ਕਮਾਈ ਲਈ ਵਰਤ। ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਭਲਿਆ ਗੁਰੂ ਘੋੜਾ ਗੁਰੂ ਤੈਨੂੰ ਦੱਸੇਗਾ। ਤਨ ਤਨ ਜੇ ਟੋਕੋ ਦਿਓ, ਤਾਂ ਸਿਓ ਨਿਹੋ ਨਾ ਕੀਨ, ਕਹੋ ਨਾਨਕ ਨਰ ਬਾਵਰੇ। ਇਹ ਮਨੁੱਖ, ਬਾਵਰੇ ਝੱਲੇ ਹੋਏ ਮਨੁੱਖ, ਵਿਕਾਰਾਂ ਦੀ ਦੁਨੀਆ ਵਿੱਚ, ਮਾਇਆ ਦੀ ਦੁਨੀਆ ਵਿੱਚ ਉਲਝੇ ਹੋਏ ਮਨੁੱਖ, ਸੱਚ ਤੋਂ ਵਿਛੜੇ ਹੋਏ ਮਨੁੱਖ। ਪਹਿਲੋਂ ਵੀ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਦੀ ਬੜੀ ਕਿਰਪਾ ਹੈ, ਉਹ ਨਰ ਸ਼ਬਦ ਵਰਤਦੇ ਨੇ ਬਹੁਤਾ। ਨਰ ਸਾਰੇ ਸੰਸਾਰ ਲਈ ਸਾਂਝਾ ਸ਼ਬਦ ਹੈ, ਇਹ ਧਰਮ ਦੀ ਵੀ ਬੁੱਕਲ 'ਚ ਨਹੀਂ ਵੰਡਿਆ ਹੋਇਆ। ਸਾਹਿਬ ਆਖਦੇ ਨੇ, ਕਹਿੰਦੇ ਕਹੋ ਨਾਨਕ ਨਰ ਬਾਬਰੇ। ਉਹ ਝੱਲੇ ਹੋਏ ਮਨੁੱਖ, ਉਹ ਬਾਬਰੇ ਹੋਏ ਮਨੁੱਖ, ਉਹ ਕਮਲੇ ਹੋਏ ਮਨੁੱਖ, ਬਿਨ ਨਾਵੇਂ ਜਗ ਕਮਲਾ ਫਿਰੇ। ਤੂੰ ਕਿਉਂ ਨਹੀਂ ਆਪਣੇ ਅਸਲੇ ਨੂੰ ਪਛਾਣਦਾ?
तू क्यों नहीं अपने पिछोकड़ को समझदा। कहु नानक नर बाबरे अब क्यों डोलत दीन, कहते तू क्यों दीन का अर्थ दुखी, हुण दुखी क्यों होया फिरना। एक बारी अपने असरे नाल जुड़ के देख, तेरे सारे दुख भी खत्म हो जाएंगे, तेरियां भुखां भी खत्म हो जाएगियां। एक पंक्ति कह के आप समाप्ति करिए। तू मेरो प्यारो तां कैसी भूखा, तू मन वसिया लागे ना दुखा। आओ प्यार वालियो, रब नाल अपनी नेड़ता बना लईए, साईं की इबादत करिए, फिर साडा जीवन ये लोक सुखीए परलोक सुहेले। नानक हर प्रभावे मेले, भुलां नूं खिमा करना। प्यार नाल आखो जी वाहिगुरू जी का खालसा वाहिगुरू जी की फतेह।